देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। ਤਰਨਤਾਰਨ ਦੇ ਸ਼ੌਰੀਆ ਚੱਕਰ ਵਿਜੇਤਾ ਜਿਹੜੇ ਕਾਮਰੇਡ ਬਲਵਿੰਦਰ ਸਿੰਘ ਸੰਧੂ ਹੈ, ਜਿਨ੍ਹਾਂ ਦਾ ਮਰਡਰ ਹੋਇਆ। ਹਾਲਾਂਕਿ ਪੰਜਾਬ ਪੁਲਿਸ ਨੇ ਇਸ ਮਾਮਲੇ ਵਿੱਚ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਅਰੈਸਟ ਕਰ ਲਿੱਤਾ ਔਰ ਪੰਜਾਬ ਪੁਲਿਸ ਦਾ ਦਾਅਵਾ ਹੈ ਕਿ ਉਹਨਾਂ ਨੇ ਜਿਹੜਾ ਇਹ ਕੇਸ ਸੀਗਾ ਹੱਤਿਆਕਾਂਡ ਦਾ ਇਹਨੂੰ ਸੁਲਝਾ ਲਿਆ। ਪਰ ਉਹਨਾਂ ਦੀ ਜਿਹੜੀ ਬਲਵਿੰਦਰ ਸਿੰਘ ਦੀ ਜਿਹੜੀ ਫੈਮਿਲੀ ਹੈ ਉਹ ਇਸ ਚੀਜ਼ 'ਤੇ ਵਿਸ਼ਵਾਸ ਕਰਨ ਨੂੰ ਤਿਆਰ ਨਹੀਂ। ਉਹਨਾਂ ਨੂੰ ਪੰਜਾਬ ਪੁਲਿਸ 'ਤੇ ਵਿਸ਼ਵਾਸ ਨਹੀਂ। ਉਹਨਾਂ ਦਾ ਕਹਿਣਾ ਹੈ ਜਿਹੜੀ ਇਸ ਮਾਮਲੇ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ CBI ਤੋਂ ਕਰਾਈ ਜਾਏ। ਇੰਨਾ ਹੀ ਨਹੀਂ, ਉਹਨਾਂ ਦੀ ਜਿਹੜੀ ਫੈਮਿਲੀ ਹੈ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਨੂੰ ਪੰਜਾਬ ਪੁਲਿਸ ਦੀ ਸਿਕਿਉਰਿਟੀ ਨਹੀਂ ਚਾਹੀਦੀ, ਹੁਣ ਉਹਨਾਂ ਨੂੰ ਕਿਸੇ ਸੈਂਟਰ ਏਜੰਸੀ ਦੀ ਸਿਕਿਉਰਿਟੀ ਚਾਹੀਦੀ ਹੈ। ਇਹ ਜਿਹੜੀਆਂ ਡਿਮਾਂਡਾਂ ਹੈਗੀਆਂ ਉਹਨਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਰੱਖੀ ਹੈ। ਬਲਵਿੰਦਰ ਸਿੰਘ ਸੰਧੂ ਦੀ ਜਿਹੜੀ ਪਤਨੀ ਹੈ ਜਗਦੀਸ਼ ਕੌਰ ਸੰਧੂ ਦੁਆਰਾ ਜਿਹੜੀ ਪਟੀਸ਼ਨ ਹੈ ਹਾਈ ਕੋਰਟ ਵਿੱਚ ਲਗਾਈ ਗਈ ਹੈ। ਅੱਜ ਉਸ 'ਤੇ ਸੁਣਵਾਈ ਹੋਈ ਹੈ। ਸਾਡੇ ਨਾਲ ਪ੍ਰਦੀਪ ਵਿਰਕ ਜੀ ਹੈ ਜੋ ਕਿ ਉਹਨਾਂ ਦੇ ਵਕੀਲ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਜਾਣਦੇ ਹਾਂ ਕਿ ਅੱਜ ਕੋਰਟ 'ਚ ਕੀ ਹੋਇਆ। ਇਸ ਕੇਸ ਦੇ ਵਿੱਚ ਜੀ ਸ਼ੌਰਯ ਚੱਕਰ ਇੱਕ ਫੈਮਿਲੀ ਦੇ ਵਿੱਚ 4 ਲੋਕਾਂ ਨੂੰ ਮਿਲ ਚੁੱਕਿਆ। ਤੁਸੀਂ ਪਹਿਲਾਂ ਫੈਮਿਲੀ ਵੇਖੋ ਕਿੰਨੀ ਇੱਕ ਡੈਕੋਰੇਟਡ ਫੈਮਿਲੀ ਹੈ। ਸੋ ਇਹਦੇ ਵਿੱਚ ਇਸ ਫੈਮਿਲੀ ਦੇ ਉੱਤੇ ਅਟੈਂਪਟਸ ਬਹੁਤ ਹੋਏ, ਟੈਰਰਿਜ਼ਮ ਵੇਲੇ ਬਹੁਤ ਹੋਏ, ਕਰੀਬ ਮਤਲਬ 40 ਤਾਂ ਸ਼ਾਇਦ F40 ਤੋਂ ਉੱਤੇ ਤਾਂ ਇਸ ਕੇਸ ਦੇ ਵਿੱਚ FIRs ਰਜਿਸਟਰ ਹੋ ਚੁੱਕੀਆਂ ਅਟੈਂਪਟਸ ਹੋਣ ਦੀਆਂ ਇਸ ਫੈਮਿਲੀ ਦੇ ਉੱਤੇ। ਉਸ ਤੋਂ ਇਲਾਵਾ ਇੱਕ ਸਟੇਜ ਉਹ ਸੀ ਕਿ 200 ਦੇ ਕਰੀਬ ਟੈਰਰਿਸਟ ਇਕੱਠੇ ਹੋ ਕੇ ਉਹਨਾਂ ਨੇ ਇਹਨਾਂ 'ਤੇ ਅਟੈਕ ਕੀਤਾ ਸੀ। ਸੋ ਉਹੋ ਜਿਹੇ ਚੀਜ਼ਾਂ ਕਰਕੇ ਇਹਨਾਂ ਨੂੰ ਸ਼ੌਰਯ ਚੱਕਰ ਮਿਲਿਆ। ਹੁਣ ਮੇਨ ਚੀਜ਼ ਇਹ ਆਉਂਦੀ ਹੈ ਜਿਹੜੇ ਬੰਦਿਆਂ ਨੇ ਟੈਰਰਿਸਟ ਆਪਰੇਸ਼ਨ, ਐਂਟੀ ਟੈਰਰਿਸਟ ਆਪਰੇਸ਼ਨਸ ਕਿਤੇ ਨਾ ਕਿਤੇ ਈਵਨ ਐਜ਼ ਸਿਵਿਲੀਅਨ ਕੰਮ ਕਰਕੇ ਇੱਕ ਐਂਟੀ ਟੈਰਰਿਸਟ ਫਰੰਟ ਵਾਂਗੂ ਕੰਮ ਕੀਤਾ ਹੋਵੇ, ਕਿਤੇ ਨਾ ਕਿਤੇ ਉਹਨਾਂ ਨੂੰ ਪ੍ਰੋਟੈਕਸ਼ਨ ਦਿੱਤੀ ਗਈ ਹੈ ਗਵਰਨਮੈਂਟ ਵੱਲੋਂ। ਹੁਣ ਇਹਨਾਂ ਨੂੰ ਵੀ ਸਿਕਿਉਰਿਟੀ ਪ੍ਰੋਵਾਈਡ ਕੀਤੀ ਗਈ ਸੀ ਜੋ ਵਿਦਡਰਾ ਕਰ ਲਈ ਗਈ। ਉਹਦੇ ਵਿੱਚ ਕੋਈ ਵੀ ਰਿਟਨ ਆਰਡਰ ਨਹੀਂ ਹੈ ਸਿਕਿਉਰਿਟੀ ਵਿਦਡਰਾਲ ਦਾ, ਔਰ ਇਹਨਾਂ ਦੀਆਂ ਰਿਪਰੈਜ਼ੈਂਟੇਸ਼ਨਸ ਰਹੀਆਂ ਕਿ ਜੀ ਸਿਕਿਉਰਿਟੀ ਸਾਨੂੰ ਪ੍ਰੋਵਾਈਡ ਕੀਤੀ ਜਾਵੇ, ਤਾਂ ਵੀ ਨਹੀਂ ਕੀਤੀ ਗਈ। ਔਰ ਸਡਨਲੀ ਇਹਨਾਂ 'ਤੇ ਅਟੈਂਪਟ ਹੋਈ, ਇਹਨਾਂ ਨੂੰ ਮਾਰ ਦਿੱਤਾ ਗਿਆ। ਉਹ ਸਿਕਿਉਰਿਟੀ ਵਿਦਡਰਾ ਹੋਣਾ ਔਰ ਉਸ ਤੋਂ ਬਾਅਦ ਮਾਰ ਦੇਣਾ, ਔਰ ਮਾਰਨ ਤੋਂ ਬਾਅਦ ਵੀ ਸਿਕਿਉਰਿਟੀ ਨਾ ਪ੍ਰੋਵਾਈਡ ਕਰਨਾ, ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਤੋਂ ਫੈਮਿਲੀ ਨੂੰ ਇਹ ਇੰਪ੍ਰੈਸ਼ਨ ਬੜਾ ਕਲੀਅਰ ਗਿਆ ਕਿ ਇਹਦੇ ਵਿੱਚ ਕਿਸੇ ਨਾ ਕਿਸੇ ਸੀਨੀਅਰ ਪੁਲਿਸ ਆਫਿਸਰ ਦਾ ਰੋਲ ਆ ਰਿਹਾ ਹੈ, ਜਿਹਨੇ ਸਿਕਿਉਰਿਟੀ ਵਿਦਡਰਾ ਕਰਨ ਦੇ ਲਈ ਝੂਠੇ ਇਨਪੁਟਸ ਬਣਾ ਕੇ ਅੱਗੇ ਸਬਮਿਟ ਕੀਤੇ ਆਪਣੇ ਸੀਨੀਅਰਸ ਨੂੰ, ਜਿਸ ਕਰਕੇ ਉਹ ਸਿਕਿਉਰਿਟੀ ਵਿਦਡਰਾ ਕੀਤੀ ਗਈ, ਪਲੈਨਿੰਗ ਨਾਲ ਅਟੈਕ ਕੀਤਾ ਗਿਆ। ਉਸ ਤੋਂ ਬਾਅਦ ਵੀ ਸਿਕਿਉਰਿਟੀ ਰਿਸਟੋਰ ਨਹੀਂ ਹੋਈ ਔਰ ਰਿਪਰੈਜ਼ੈਂਟੇਸ਼ਨਸ ਡਿਸਾਈਡ ਨਹੀਂ ਹੋ ਰਹੀਆਂ ਸਿਕਿਉਰਿਟੀ ਵਾਲੀਆਂ। ਇਸ ਆਸਪੈਕਟ ਦੇ ਉੱਤੇ ਉਹਨਾਂ ਨੇ ਸੈਂਟਰਲ ਗਵਰਨਮੈਂਟ ਤੋਂ ਸਿਕਿਉਰਿਟੀ ਮੰਗੀ ਹੈ ਹਾਈ ਕੋਰਟ ਦੇ ਵਿੱਚ। ਔਰ ਜਦੋਂ ਇਸ ਕੇਸ ਦੇ ਆਰਗੂਮੈਂਟ ਹੋਏ ਇਸ ਚੀਜ਼ ਦੇ ਉੱਤੇ ਆਨਰੇਬਲ ਕੋਰਟ ਦਾ ਬੜਾ ਕਲੀਅਰ ਵਿਊ ਸੀ ਕਿ ਪਹਿਲਾਂ DG ਸਾਹਿਬ ਇਵੈਲੂਏਟ ਕਰਨ ਔਰ ਅਕੋਰਡਿੰਗਲੀ ਡਿਸਾਈਡ ਕਰਨ, ਬਿਕੋਜ਼ ਸਿਕਿਉਰਿਟੀ ਇੰਪੋਰਟੈਂਟ ਇਸ਼ੂ ਹੈ। ਉਹਦੇ ਵਿੱਚ ਗਵਰਨਮੈਂਟ ਆਫ ਇੰਡੀਆ ਨੂੰ ਵੀ ਆਨਰੇਬਲ ਕੋਰਟ ਨੇ ਨੋਟਿਸ ਇਸ਼ੂ ਕਰਤਾ ਹੈ। ਹੁਣ ਰਹੀ ਗੱਲ ਜਿਹੜੀ CBI ਇਨਵੈਸਟੀਗੇਸ਼ਨ ਦੀ ਹੈ, ਉਹਦੇ ਵਿੱਚ ਸਾਡੀ ਸਾਰੀ ਰਿਲਾਇੰਸ ਜਿਹੜੀ ਹੈ ਉਹ ਪ੍ਰੈਸ ਰਿਪੋਰਟਸ ਦੇ ਉੱਤੇ ਹੈ। ਜੋ SIT ਨੇ ਪ੍ਰੈਸ ਦੇ ਵਿੱਚ ਬਿਆਨ ਦਿੱਤੇ ਹੈ ਔਰ ਚੀਜ਼ਾਂ ਦੱਸੀਆਂ, ਅਸੀਂ ਉਹਨਾਂ ਦੇ ਉੱਤੇ ਸਾਰਾ ਕੇਸ ਆਰਗਿਊ ਕੀਤਾ ਹੈ, ਬਿਕੋਜ਼ ਤਫਤੀਸ਼ ਦੀਆਂ ਡਿਟੇਲ ਸਾਡੇ ਕੋਲ ਕੋਈ ਨਹੀਂ ਆਉਂਦੀਆਂ। ਹੁਣ ਇੱਥੇ ਇੰਟਰਸਟਿੰਗ ਗੱਲ ਇਹ ਹੈ, SIT ਦਾ ਕਹਿਣਾ ਹੈ ਜੇਲ੍ਹ ਦੇ ਵਿੱਚ ਕੁਝ ਜਿਹੜੇ ਕੈਦੀ ਸੀ ਉਹਨਾਂ ਨੇ ਇਸ ਵਾਰਦਾਤ ਨੂੰ ਪਲਾਨ ਕੀਤਾ ਔਰ ਅੰਜਾਮ ਦਵਾਇਆ। ਇੱਕ ਵਾਰੀ ਜੇ ਅਸੀਂ ਇਸ ਗੱਲ ਨੂੰ ਸੱਚ ਮੰਨ ਵੀ ਲਈਏ, ਇਹਦਾ ਮਤਲਬ ਜੇਲ੍ਹ ਦੇ ਵਿੱਚ ਤੁਹਾਡੀ ਸਰਕਾਰ ਦੀ ਕਸਟਡੀ ਦੇ ਵਿੱਚ ਜੇਲ੍ਹ ਅਥਾਰਟੀਜ਼ ਦੀ, ਪੁਲਿਸ ਵਾਲਿਆਂ ਦੀ, ਇਹਨਾਂ ਦੀ ਉੱਥੇ ਸਾਰਿਆਂ ਦੀ ਜਿਹੜੀ ਸੁਪਰਵਿਜ਼ਨ ਹੁੰਦੀ ਹੈ। ਪੁਲਿਸ ਨੇ ਜੇਲ੍ਹ 'ਚੋਂ ਇਹਨਾਂ ਨੂੰ ਲੈ ਕੇ ਜਾਣਾ ਹੈ, ਵਾਪਸ ਛੱਡਣਾ ਹੈ, ਜੇਲ੍ਹ ਅਥਾਰਟੀਜ਼ ਨੇ ਸੁਪਰਵਾਈਜ਼ ਕਰਨਾ ਹੈ। ਕੋਈ ਉਹਨਾਂ ਨੂੰ ਮਿਲ ਨਹੀਂ ਸਕਦਾ ਵਿਦਆਊਟ ਦੀ ਨੌਲੇਜ ਆਫ ਦੀ ਜੇਲ੍ਹ ਅਥਾਰਟੀਜ਼। ਸੋ ਇਹ ਕਿਵੇਂ ਹੋ ਸਕਦਾ ਹੈ ਕਿ ਜੇਲ੍ਹ ਅਥਾਰਟੀਜ਼ ਵੱਲੋਂ ਕੋਈ ਜੇਲ੍ਹ ਸੁਪਰਿਟੈਂਡੈਂਟ, ਕੋਈ ਡਿਪਟੀ ਜੇਲ੍ਹ ਸੁਪਰਿਟੈਂਡੈਂਟ ਇਨਵੋਲਵ ਨਹੀਂ ਹੈ, ਕੋਈ ਪੁਲਿਸ ਵਾਲਾ ਇਨਵੋਲਵ ਨਹੀਂ ਹੈ, ਔਰ ਜੇਲ੍ਹ ਦੇ ਵਿੱਚ ਇਹੋ ਜਿਹੇ ਕੰਮਾਂ ਨੂੰ, ਇਹੋ ਜਿਹੇ ਇਲੀਗਲ ਐਕਟੀਵਿਟੀਜ਼ ਨਹੀਂ, ਇਹੋ ਜਿਹੇ ਮਰਡਰਸ ਨੂੰ ਪਲਾਨ ਕਰਕੇ ਐਗਜ਼ੀਕਿਊਟ ਕੀਤਾ ਜਾ ਰਿਹਾ ਸਕਸੈਸਫੁਲੀ। ਸੋ ਓਬਵੀਅਸ ਜੀ ਗੱਲ ਹੈ, ਜੇ ਉਹਦੇ ਵਿੱਚ SIT ਕਹਿ ਰਹੀ ਹੈ, ਅਸੀਂ ਨਹੀਂ ਕਹਿ ਰਹੇ, ਕਿ ਜੇਲ੍ਹ ਦੇ ਵਿੱਚ ਆ ਕੁਝ ਹੋ ਰਿਹਾ, ਤਾਂ ਓਬਵੀਅਸਲੀ ਉਹਨਾਂ ਨੂੰ ਜੇਲ੍ਹ ਵਾਲਿਆਂ ਨੂੰ ਇਨਵੋਲਵ ਕਰਨਾ ਚਾਹੀਦਾ ਕਿ ਉਹ ਵੀ ਅਕਿਊਜ਼ਡ ਬਣਦੇ ਹੈ। ਉਹਨਾਂ ਨੂੰ ਅਕਿਊਜ਼ ਨਾ ਬਣਾਉਣਾ, ਕਿਸੇ ਪੁਲਿਸ ਵਾਲੇ ਦਾ ਰੋਲ ਨਾ ਮੈਂਸ਼ਨ ਕਰਨਾ, ਕਿਤੇ ਨਾ ਕਿਤੇ ਇਸ ਇਨਵੈਸਟੀਗੇਸ਼ਨ ਦੇ ਉੱਤੇ ਉਸ ਚੀਜ਼ ਕਰਕੇ ਕੁਐਸਚਨ ਮਾਰਕ ਰੇਜ਼ ਹੋ ਰਿਹਾ। ਸੋ ਇਸ ਐਪਰੀਹੈਂਸ਼ਨ ਕਰਕੇ ਫੈਮਿਲੀ ਵੱਲੋਂ ਆ ਕਿਹਾ ਜਾ ਰਿਹਾ ਹੈ
ਕਿ ਅਸੀਂ ਆਹ ਡਿਮਾਂਡ ਕੋਰਟ ਦੇ ਸਾਹਮਣੇ ਰੱਖੀਏ ਕਿ ਇਨਵੈਸਟੀਗੇਸ਼ਨ ਸੀਬੀਆਈ ਨੂੰ ਦਿੱਤੀ ਜਾਵੇ। ਸੋ ਆਨਰੇਬਲ ਕੋਰਟ ਦਾ ਵਿਊ ਸੀ ਕਿ ਅਜੇ ਸੀਬੀਆਈ ਨੂੰ ਨੋਟਿਸ ਨਹੀਂ, ਅਜੇ ਪਹਿਲਾਂ ਸਰਕਾਰ ਆਪਣੀ ਵਰਜ਼ਨ ਰੱਖੇ ਕਿ ਉਹਨਾਂ ਦਾ ਕੀ ਕਹਿਣਾ ਹੈ ਸਾਡੀਆਂ ਦਲੀਲਾਂ ਦੇ ਉੱਤੇ, ਬਿਕੋਜ਼ ਅਸੀਂ ਪ੍ਰੈਸ ਰਿਪੋਰਟਸ 'ਤੇ ਰਿਲਾਈ ਕੀਤਾ ਜੋ SIT ਦੀ ਪ੍ਰੈਸ ਕਾਨਫਰੰਸ 'ਚੋਂ ਹੈਗੀਆਂ। ਹੁਣ ਉਸ ਚੀਜ਼ ਦੇ ਉੱਤੇ 8 ਦਸੰਬਰ ਲਈ ਨੋਟਿਸ ਹੋਇਆ। ਹੁਣ ਜਦੋਂ ਸਟੇਟ ਆਪਣਾ ਰਿਪਲਾਈ ਫਾਈਲ ਕਰੂਗੀ ਫਿਰ ਸਾਨੂੰ ਉਹਦੇ 'ਤੇ ਕਲੈਰਿਟੀ ਹੋਊਗੀ ਕਿ ਅੱਗੇ ਕੀ ਆਰਗੂਮੈਂਟਸ ਕਿਸ ਪਾਸੇ ਐਡਰੈਸ ਹੁੰਦੇ ਹੈ। ਪ੍ਰਦੀਪ ਜੀ, ਇਸ 'ਚ ਵੱਡਾ ਸਵਾਲ ਇਹੀ ਹੈ ਵੀ ਜਿਹੜੀ ਫੈਮਿਲੀ ਹੈ ਉਹ ਇਹ ਕਹਿ ਰਹੀ ਹੈ ਵੀ ਸਾਨੂੰ ਪੰਜਾਬ ਪੁਲਿਸ ਦੀ ਸਿਕਿਉਰਿਟੀ ਨਹੀਂ ਚਾਹੀਦੀ, ਪਰ ਕੋਰਟ ਨੇ DGP ਸਾਹਿਬ ਤੋਂ ਰਿਪੋਰਟ ਮੰਗੀ ਹੈ। ਦੇਖੋ, ਜੇ DGP ਸਾਹਿਬ ਦੀ ਨੌਲੇਜ ਦੇ ਵਿੱਚ ਆ ਫੈਕਟਸ ਆ ਗਏ, ਮੇਰੇ ਖਿਆਲ ਨਾਲ ਹੀ ਵਿਲ ਇਨਸ਼ੋਰ ਕਿ ਫੈਮਿਲੀ ਦਾ ਕੋਈ ਨੁਕਸਾਨ ਨਾ ਹੋਵੇ। ਹੁਣ ਸਿਕਿਉਰਿਟੀ RTI ਦੇ ਅੰਡਰ, ਮਤਲਬ RTI ਦੇ ਵਿੱਚ ਸਿਕਿਉਰਿਟੀ ਵਿੰਗ ਕਵਰਡ ਨਹੀਂ ਹੈ, ਤੁਸੀਂ ਸਿਕਿਉਰਿਟੀ ਡਿਟੇਲਸ ਨਹੀਂ ਲੈ ਸਕਦੇ। ਸੋ ਆਬਵੀਅਸਲੀ ਇਹ ਹੈਂਡੀਕੈਪ ਹੀ ਹੈ ਕਿ ਸਿਕਿਉਰਿਟੀ ਬਿਨਾਂ ਰਿਟਨ ਆਰਡਰ ਤੋਂ ਵਿਡਰਾ ਹੋਈ। ਹੁਣ ਜੇ DGP ਸਾਹਿਬ ਇਵੈਲੂਏਟ ਕਰਕੇ ਕਹਿ ਦਿੰਦੇ ਆ ਕਿ ਹਾਂ ਫੈਮਿਲੀ ਨੂੰ ਥ੍ਰੈਟ ਪਰਸੈਪਸ਼ਨ ਹੈ, ਮੇਰੇ ਖਿਆਲ ਨਾਲ ਕੋਈ ਉਹਦੇ 'ਚ ਡਾਊਟ ਵੀ ਹੈ ਨਹੀਂ। ਜਦੋਂ ਇੱਕ ਬੰਦੇ ਨੂੰ ਮਾਰ ਦਿੱਤਾ ਗਿਆ ਹੈ ਤੇ ਉਸ ਤੋਂ ਬਾਅਦ ਵੀ ਅਜੇ ਆਪਾਂ ਸੋਚੀਏ ਕਿ ਥ੍ਰੈਟ ਪਰਸੈਪਸ਼ਨ ਹੈ ਕਿ ਨਹੀਂ। ਸੋ ਜੇ ਥ੍ਰੈਟ ਪਰਸੈਪਸ਼ਨ ਹੈ ਤੇ ਸਿਕਿਉਰਿਟੀ ਵਿਡਰਾ ਕਿਉਂ ਹੋਈ ਹੈ? ਉਹ ਤਾਂ ਆਪ ਹੀ ਜਿਨ੍ਹਾਂ ਨੇ ਵਿਡਰਾ ਕੀਤੀ ਹੈ, ਜਿਹੜੇ ਆਫਿਸਰਸ ਨੇ, ਉਹ ਫਸਦੇ ਉਹਦੇ 'ਚ ਕਿ ਇਹ ਇਨਪੁਟ ਕਿੱਥੋਂ ਆਏ ਔਰ ਕਿਵੇਂ ਫੈਬਰੀਕੇਟਡ ਇਨਪੁਟਸ ਆਏ। ਸੋ ਫੈਬਰੀਕੇਟਡ ਇਨਪੁਟ ਦੀ ਆਪੇ ਇਨਕੁਆਇਰੀ ਹੋਊਗੀ। ਸੋ ਜੇ DGP ਸਾਹਿਬ ਦੀ ਵੀ ਅੱਜ ਨੌਲੇਜ 'ਚ ਆਉਂਦਾ ਹੈ, DGP ਸਾਹਿਬ ਵੀ ਸਿਕਿਉਰਿਟੀ ਦਿੰਦੇ ਆ, ਬੇਸ਼ੱਕ ਅਸੀਂ ਗਵਰਨਮੈਂਟ ਆਫ ਇੰਡੀਆ ਦੀ ਮੰਗ ਰਹੇ, ਬਿਕੋਜ਼ ਗਵਰਨਮੈਂਟ ਆਫ ਇੰਡੀਆ ਦਾ ਇੱਕ ਪ੍ਰੋਸੀਜਰ ਹੈ, ਉਹ ਬਿਨਾਂ ਉੱਥੇ ਕਿਸੇ ਨੇ ਫੋਨ ਕਰਕੇ ਸਿਕਿਉਰਿਟੀ ਨਹੀਂ ਵਿਡਰਾ ਕਰਨੀ, ਤੁਹਾਨੂੰ ਆਰਡਰ ਕਮਿਊਨੀਕੇਟ ਹੋਊਗਾ ਸਿਕਿਉਰਿਟੀ ਵਿਡਰਾਲ ਦਾ। ਇੱਥੇ ਕੁਝ ਕਮਿਊਨੀਕੇਟ ਹੀ ਨਹੀਂ ਹੋਇਆ। ਸੋ ਇਸ ਕਰਕੇ ਅਸੀਂ ਉਹਨਾਂ ਤੋਂ ਮੰਗ ਰਹੇ ਹਾਂ ਪਹਿਲਾਂ DGP ਸਾਹਿਬ ਦੇਣ। ਜੇ DGP ਸਾਹਿਬ ਵੱਲੋਂ ਬਣਦੀ ਹੈ ਸਿਕਿਉਰਿਟੀ, ਉਹਨਾਂ ਨੂੰ ਲੱਗਦਾ ਹੈ ਕਿ ਅਸੈਸਮੈਂਟ ਦੇ ਵਿੱਚ ਆਉਂਦਾ ਹੈ ਕਿ ਸਿਕਿਉਰਿਟੀ ਦੇਣੀ ਬਣਦੀ ਹੈ ਔਰ ਉਹ ਦੇ ਦਿੰਦੇ ਆ, ਇੱਕ ਵਾਰੀ ਤਾਂ ਐਟਲੀਸਟ ਪ੍ਰੋਟੈਕਸ਼ਨ ਮਿਲੇ ਫੈਮਿਲੀ ਨੂੰ। ਗਵਰਨਮੈਂਟ ਆਫ ਇੰਡੀਆ ਵਾਲਾ ਮੁੱਦਾ ਤਾਂ ਅਸੀਂ ਐਜੀਟੇਟ ਕਰ ਹੀ ਰਹੇ ਹਾਂ, ਉਹ ਅਸੀਂ 8 ਦਸੰਬਰ ਨੂੰ ਫਿਰ ਆਰਗਿਊ ਕਰਾਂਗੇ। ਤਾਂ ਦੇਖਦੇ ਹਾਂ ਕੋਰਟ ਉਹਦੇ 'ਤੇ ਕੀ ਐਕਸੈਪਟ ਕਰਦੀ ਹੈ। ਪ੍ਰਦੀਪ ਜੀ, ਇੱਕ ਗੱਲ ਸਮਝ ਨਹੀਂ ਆ ਰਹੀ, ਇੱਕ ਫੈਮਿਲੀ ਹੈ ਜਿਨ੍ਹਾਂ ਨੇ ਟੈਰਰਿਜ਼ਮ ਦੇ ਟਾਈਮ 'ਤੇ ਸਰਕਾਰ ਨਾਲ, ਪੁਲਿਸ ਨਾਲ ਖੜੇ ਹੋ ਕੇ ਟੈਰਰਿਸਟਾਂ ਨਾਲ ਲੋਹਾ ਲਿੱਤਾ, ਔਰ ਇਸ ਕਰਕੇ ਉਹਨਾਂ ਦੇ ਉੱਪਰ ਬਹੁਤ ਵਾਰੀ ਹਮਲੇ ਵੀ ਹੋਏ। ਜਿੱਦਾਂ ਤੁਸੀਂ ਗੱਲ ਕੀਤੀ ਵੀ 200 ਟੈਰਰਿਸਟਾਂ ਨੇ ਤਾਂ ਇਕੱਠੇ ਹੋ ਕੇ, ਮਤਲਬ ਫੈਮਿਲੀ ਦੇ 4-5 ਮੈਂਬਰ ਹੋਣੇ ਆ, 4-5 ਮੈਂਬਰਾਂ 'ਤੇ ਹਮਲਾ ਕੀਤਾ, ਪਰ ਉਹ ਨਾਕਾਮਯਾਬ ਰਹੇ। ਉਸ ਹਮਲੇ 'ਚ ਵੀ ਉਹ ਪੂਰੇ ਬਚ ਗਏ, ਔਰ ਇਸੀ ਚੀਜ਼ ਨੂੰ ਦੇਖਦੇ ਹੋਏ ਸ਼ਾਇਦ ਪੂਰੀ ਫੈਮਿਲੀ ਨੂੰ ਰਾਸ਼ਟਰਪਤੀ ਜੀ ਨੇ ਸ਼ੌਰਯ ਚੱਕਰ ਨਾਲ ਸਨਮਾਨਿਤ ਕੀਤਾ। ਮੈਂ ਇਹ ਕਹਿਣਾ ਚਾਹੁੰਦਾ, ਇਸ ਹਮਲੇ ਨੂੰ ਵੀ ਕਈ ਮਹੀਨੇ ਹੋ ਗਏ ਆ। ਉਸ ਤੋਂ ਬਾਅਦ ਹਾਲਾਂਕਿ ਪੁਲਿਸ ਦਾਅਵਾ ਕਰਦੀ ਹੈ ਵੀ ਅਸੀਂ ਜਿਹੜੇ ਹਮਲੇਵਾਰ ਸੀਗੇ ਅਸੀਂ ਉਹਨਾਂ ਨੂੰ ਫੜ ਲਿਆ, ਕੇਸ ਅਸੀਂ ਕਰੈਕ ਕਰ ਲਿਆ, ਪਰ ਫਿਰ ਵੀ ਜਿਹੜੀ ਇਹ ਸਿਕਿਉਰਿਟੀ ਹਾਲੇ ਤੱਕ ਨਾ ਦੇਣਾ, ਤੁਸੀਂ ਇਸ ਨੂੰ ਕਿੰਨਾ ਕੁ ਸੀਰੀਅਸ ਮੰਨਦੇ ਹੋ? ਕਿਉਂਕਿ ਜਿਹੜੀਆਂ ਗੱਲਾਂ ਸਾਹਮਣੇ ਆ ਚੁੱਕੀਆਂ ਆਲਰੇਡੀ ਵੀ ਹਾਂ ਸਿਕਿਉਰਿਟੀ ਪਹਿਲੇ ਮਿਲੀ ਹੋਈ ਸੀ, ਸਿਕਿਉਰਿਟੀ ਵਿਡਰਾ ਹੋਈ, ਉਸੇ ਕਰਕੇ ਅਟੈਕ ਹੋਇਆ, ਅਟੈਕ 'ਚ ਜਾਨ ਵੀ ਚਲੀ ਗਈ, ਸ਼ੌਰਯ ਚੱਕਰ ਵਿਜੇਤਾ ਦੀ ਜਾਨ ਚਲੀ ਗਈ, ਔਰ ਫੈਮਿਲੀ ਮੈਂਬਰ ਅੱਜ ਕੋਰਟ 'ਚ ਆਏ ਆ। ਇਸ ਤੋਂ ਪਹਿਲੇ ਕਿਉਂਕਿ ਇਹ ਤਾਂ ਸਿਕਿਉਰਿਟੀ ਦੇ ਨਾਲ ਦੀ ਨਾਲ ਹੀ ਦੇ ਦੇਣੀ ਚਾਹੀਦੀ ਸੀ ਜਿਸ ਦਿਨ ਅਟੈਕ ਹੋਇਆ। ਜਿਹੜੀ ਗਲਤੀ ਹੈ ਉਹ ਬਾਅਦ 'ਚੋਂ ਵੀ ਸੁਧਾਰੀ ਜਾ ਸਕਦੀ ਸੀ। ਦੇਖੋ, ਜੇ ਐਡਮਿਨਿਸਟ੍ਰੇਸ਼ਨ ਨੇ ਜਾਂ ਪੁਲਿਸ ਮਹਿਕਮੇ ਨੇ ਸਿਕਿਉਰਿਟੀ ਰਿਸਟੋਰ ਕਰ ਦਿੱਤੀ ਹੁੰਦੀ ਤਾਂ ਸਾਨੂੰ ਕੋਰਟ ਆਉਣ ਦੀ ਲੋੜ ਹੀ ਨਾ ਪੈਂਦੀ। ਵੈਸੇ ਹੀ ਜਦੋਂ ਮੀਡੀਆ 'ਚ ਇੰਸੀਡੈਂਟ ਹਾਈਲਾਈਟ ਹੋ ਗਿਆ ਸੀ, ਉਸ ਤੋਂ ਇਲਾਵਾ ਜਦੋਂ ਕੋਰਟ ਦੇ ਵਿੱਚ ਆ ਚੀਜ਼ਾਂ ਆ ਗਈਆਂ ਸੀ ਕਿ ਕਿਸ ਤਰ੍ਹਾਂ ਇਸ ਫੈਮਿਲੀ ਦੀ ਸਿਕਿਉਰਿਟੀ ਵਿਡਰਾ ਹੋਈ ਹੈ, ਉਸ ਤੋਂ ਬਾਅਦ ਰਿਪਰੈਜ਼ੈਂਟੇਸ਼ਨਸ ਤਾਂ ਫੈਮਿਲੀ ਦੇ ਹੀ ਚੁੱਕੀ ਹੈ, ਅਫਸਰਾਂ ਨੂੰ ਮਿਲ ਵੀ ਚੁੱਕੀ ਸੀ। ਸੋ ਓਬਵੀਅਸ ਸਿਕਿਉਰਿਟੀ ਰਿਸਟੋਰ ਆਪੇ ਕਰ ਦਿੰਦੇ। ਹੁਣ ਜੇ ਨਹੀਂ ਕੀਤੀ ਤਾਂ ਅਸੀਂ ਕੋਰਟ ਦਾ ਬੂਹਾ ਖੜਕਾਇਆ, ਔਰ ਉਮੀਦ ਹੈ ਹੁਣ ਕੋਰਟ ਤੋਂ ਸਾਨੂੰ ਉਹੀ ਡਾਇਰੈਕਸ਼ਨ ਤਾਂ ਆਲਰੇਡੀ ਹੋ ਗਈ ਹੈ ਕੋਰਟ ਵੱਲੋਂ ਕਿ ਵੈਲਿਊਏਟ ਕਰੋ। ਸੋ ਹੁਣ ਦੇਖਦੇ ਹਾਂ ਕੀ ਵੈਲਿਊਏਸ਼ਨ ਦੇ ਵਿੱਚ ਸਿਕਿਉਰਿਟੀ ਦੇ ਕੀ ਕਹਿੰਦੇ ਆ, ਕੀ ਜਵਾਬ ਦਿੰਦੇ ਆ। ਮੇਰੇ ਖਿਆਲ ਨਾਲ ਤਾਂ ਥ੍ਰੈਟ ਪਰਸੈਪਸ਼ਨ ਬਣਦੀ ਵੀ ਹੈ, ਔਰ ਪਹਿਲਾਂ ਆਪੇ ਹੀ ਮਿਲ ਜਾਣੀ ਚਾਹੀਦੀ ਸੀ। ਨਾ ਮਿਲਣ ਕਰਕੇ ਹੀ ਉਸ ਫੈਮਿਲੀ ਨੂੰ ਕੋਰਟ 'ਚ ਆਉਣਾ ਪਿਆ। ਔਰ ਇੱਕ ਮੈਂ ਮਤਲਬ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਉਹ ਫੈਮਿਲੀ ਜਿਹੜੀ ਦੇਸ਼ ਲਈ ਲੜੀ, ਅੱਜ ਉਹਨਾਂ ਨੂੰ ਕੋਰਟ ਦੇ ਵਿੱਚ ਜਾ ਕੇ ਆਪਣੀ ਲਾਈਫ ਦੀ ਪ੍ਰੋਟੈਕਸ਼ਨ ਮੰਗਣੀ ਪੈ ਰਹੀ ਹੈ। ਸੋ ਕਿਤੇ ਨਾ ਕਿਤੇ ਇਹ ਜ਼ਰੂਰ ਚੀਜ਼ ਅਫਸੋਸ ਜਨਕ ਹੈ ਕਿ ਕਿਸੇ ਨਾ ਕਿਸੇ ਪੁਲਿਸ ਵਾਲੇ ਨੇ ਇੰਨਾ ਸਿਸਟਮ ਮੈਨੀਪੂਲੇਟ ਕਰ ਲਿਆ ਕਿ ਉਹ ਅੰਦਰੋਂ ਫੇਕ ਰਿਪੋਰਟ ਵੀ ਬਣਵਾ ਗਿਆ, ਜੇਲ੍ਹ 'ਚੋਂ ਕ੍ਰਾਈਮ ਪਲਾਨ ਕਰਵਾ ਕੇ ਐਗਜ਼ੀਕਿਊਟ ਕਰਵਾ ਗਿਆ, ਔਰ ਅਜੇ ਤੱਕ ਉਹਦੀ ਨਾ ਆਈਡੈਂਟੀਟੀ ਐਸਟੈਬਲਿਸ਼ ਹੋ ਪਾ ਰਹੀ ਹੈ, ਨਾ ਪਤਾ ਲੱਗ ਰਿਹਾ ਕੌਣ ਹੈ, ਔਰ ਥ੍ਰੈਟ ਪਰਸੈਪਸ਼ਨ ਹੈ ਵੀ ਜਾਂ ਨਹੀਂ, ਉਹ ਚੀਜ਼ ਵੀ ਡਿਟਰਮਿਨ ਨਹੀਂ ਹੋ ਪਾ ਰਹੀ ਹੈ ਨਹੀਂ ਛੇਤੀ। ਪ੍ਰਦੀਪ ਜੀ, ਕੋਈ ਇਸ ਤਰ੍ਹਾਂ ਦਾ ਕੋਈ ਨਾਮ ਤੁਹਾਡੇ ਸਾਹਮਣੇ ਆਇਆ ਹੋਵੇ ਜਾਂ ਇਸ ਤਰ੍ਹਾਂ ਦੀ ਕੋਈ ਇਨਵੈਸਟੀਗੇਸ਼ਨ ਚੱਲ ਰਹੀ ਹੋਵੇ ਵੀ ਹਾਂ ਯਾਰ ਕਿਹੜੇ ਬੰਦੇ ਸੀਗੇ? ਕਿਉਂਕਿ ਇਹ ਚੀਜ਼ਾਂ ਛੁਪ ਨਹੀਂ ਸਕਦੀਆਂ, ਕਿਉਂਕਿ ਕਾਗਜ਼ੀ ਕਾਰਵਾਈ 'ਚ ਬੜੀ ਜਲਦੀ ਆਇਡੈਂਟੀਫਾਈ ਹੋ ਜਾਂਦਾ ਹੈ ਵੀ ਹਾਂ ਯਾਰ ਕਿਹੜੇ ਬੰਦੇ ਨੇ ਇਸ 'ਚ ਇੰਪੋਰਟੈਂਟ ਰੋਲ ਅਦਾ ਕੀਤਾ। ਜਿੱਦਾਂ ਕਿਹਾ ਜਾ ਰਿਹਾ ਵੀ ਜੇਲ੍ਹ 'ਚੋਂ ਅਗਰ ਪਲੈਨਿੰਗ ਸੀ ਤਾਂ ਉਹ ਵੀ ਨਹੀਂ ਛੁਪ ਸਕਦੀ, ਜਦ ਕਿਸੇ ਸੀਨੀਅਰ ਪੁਲਿਸ ਅਫਸਰ ਦਾ ਰੋਲ ਸੀਗਾ ਉਹ ਵੀ ਨਹੀਂ ਛੁਪ ਸਕਦਾ। ਦੋਨੋਂ ਗੱਲਾਂ ਬੜੀ ਈਜ਼ੀਲੀ, ਮਤਲਬ ਕਿ ਇਹ ਤਾਂ ਇਹ ਸੀਗਾ ਵੀ ਉਸੇ ਦਿਨ ਜਿਸ ਦਿਨ ਅਟੈਕ ਹੋਇਆ ਉਸੇ ਦਿਨ ਸਾਹਮਣੇ ਆ ਸਕਦੀਆਂ ਸੀਗੀਆਂ। ਅਤੇ ਤੁਹਾਨੂੰ ਕੀ ਲੱਗਦਾ, ਮੈਂ ਉਹ ਕਿਤੇ ਨਾ ਕਿਤੇ ਉਹਨੂੰ ਵੀ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਜਾਂ ਦੇਖੋ, ਫੈਮਿਲੀ ਦੀ ਆਹੀ ਐਪਰੀਹੈਂਸ਼ਨ ਹੈ
ਕਿ ਆਹ ਰਿਪੋਰਟ ਕਿਹੜੇ ਆਫਿਸਰਸ ਨੇ ਤਿਆਰ ਕੀਤੀਆਂ, ਕਿਉਂਕਿ ਕਿਤੇ ਤਾਂ ਲੋਅਰ ਲੈਵਲਸ ਤੋਂ ਹੀ ਜਾਂਦੀਆਂ ਰਿਪੋਰਟਸ ਬਣ ਕੇ, ਉਤਲੇ ਕੁਝ ਆਫਿਸਰਸ ਦੀ ਇਨਵੋਲਵਮੈਂਟ ਨਹੀਂ ਹੁੰਦੀ ਤੇ ਇੰਨਾ ਜ਼ਿਆਦਾ ਸਿਸਟਮ ਮੈਨੇਜ ਨਾ ਹੁੰਦਾ। ਹੁਣ ਸਿੰਪਲ ਜੀ ਗੱਲ ਹੈ, SIT ਦਾ ਤੁਸੀਂ ਦੇਖ ਲਓ, ਕਿਤੇ SIT ਨੇ ਕਿਹਾ ਅਸੀਂ ਜੇਲ੍ਹ ਅਥਾਰਟੀਜ਼ ਨੂੰ ਇੰਟਰੋਗੇਟ ਕੀਤਾ ਹੈ, ਕਿਸੇ ਜੇਲ੍ਹ ਸੁਪਰਿੰਟੈਂਡੈਂਟ ਨੂੰ ਜਾਂ ਡਿਪਟੀ ਜੇਲ੍ਹ ਸੁਪਰਿੰਟੈਂਡੈਂਟ ਨੂੰ, ਕਿ ਵੀ ਤੇਰੀ ਜੇਲ੍ਹ 'ਚ ਕਿਵੇਂ ਚੀਜ਼ਾਂ ਅੰਦਰ ਜਾ ਰਹੀਆਂ ਸੀ, ਮੈਸੇजेस ਕਿਵੇਂ ਜਾ ਰਹੇ ਸੀ, ਮੈਸੇਜ ਬਾਹਰ ਕਿਵੇਂ ਆ ਰਹੇ ਸੀ। ਸੋ ਓਬਵੀਅਸ ਹੀ ਗੱਲ ਹੈ, ਜਿਹੜੀ ਚੀਜ਼ ਨੂੰ ਇਨਵੈਸਟੀਗੇਟ ਹੀ ਨਹੀਂ ਕੀਤਾ, ਉਹ ਇਨਵੈਸਟੀਗੇਟ ਕਰਨਾ ਮੁਨਾਸਿਬ ਹੀ ਨਹੀਂ ਸਮਝ ਰਹੇ ਉਸ ਚੀਜ਼ ਲਈ, ਉਹਦੇ 'ਚ ਮੈਂ ਕੀ ਕਹਿ ਸਕਦਾ ਕਿ ਕੀ ਫਿਰ ਤਫਤੀਸ਼ ਹੋ ਰਹੀ ਹੈ। ਤਾਂ ਹੀ ਤਾਂ ਐਪਰੀਹੈਂਸ਼ਨ ਉੱਠ ਰਹੀ ਹੈ ਫੈਮਿਲੀ ਨੂੰ। ਇਟ ਇਜ਼ ਨਾਟ ਕਿ ਅਸੀਂ ਆਫਿਸਰਸ SIT ਵਾਲਿਆਂ ਦੀ ਕ੍ਰੈਡੀਬਿਲਿਟੀ 'ਤੇ ਸਵਾਲ ਚੁੱਕ ਰਹੇ ਹਾਂ, ਪਰ ਸਾਨੂੰ ਕਿਤੇ ਨਾ ਕਿਤੇ ਤਾਂ ਇਹ ਡਾਊਟ ਹੋ ਰਿਹਾ ਨਾ ਕਿ ਉਹਨਾਂ ਨੂੰ ਕਿਉਂ ਨਹੀਂ ਪੁੱਛ ਰਹੇ, ਜਦੋਂ ਤੁਸੀਂ ਆਪ ਕਹਿ ਰਹੇ ਹੋ ਕਿ ਤੁਸੀਂ ਜੇਲ੍ਹ ਦੇ ਵਿੱਚ ਬੰਦੇ ਨੂੰ ਕਿਉਂ ਰੱਖਿਆ ਜਾਂਦਾ ਹੈ, ਕਿ ਉਹ ਬਾਹਰ ਕੋਈ ਕ੍ਰਾਈਮ ਨਾ ਕਮਿਟ ਕਰੇ। ਹੁਣ ਤੁਸੀਂ ਕਹਿ ਰਹੇ ਹੋ ਜੇਲ੍ਹ ਦੇ ਵਿੱਚ ਤੁਹਾਡੀ ਕਸਟਡੀ 'ਚ ਉਹ ਕ੍ਰਾਈਮ ਕਮਿਟ ਕਰ ਰਿਹਾ ਹੈ ਐਂਡ ਯੂ ਆਰ ਹੈਲਪਲੈਸ, ਤਾਂ ਉਹ ਤਾਂ ਓਬਵੀਅਸ ਹੀ ਗੱਲ ਹੈ, ਪਬਲਿਕ ਐਕਸੈਪਟ ਕਰੂਗੀ ਨਹੀਂ ਉਸ ਗੱਲ ਨੂੰ। ਲੌਜੀਕਲੀ ਉਹ ਗੱਲ ਜੱਚਦੀ ਨਹੀਂ ਹੈ ਕਿਤੇ ਵੀ। ਜੇ ਆਪਾਂ ਲੌਜੀਕਲੀ ਦੇਖੀਏ ਤਾਂ ਓਬਵੀਅਸ ਜੀ ਗੱਲ ਹੈ, ਕਿਸੇ ਨਾ ਕਿਸੇ ਸੀਨੀਅਰ ਆਫਿਸਰ ਦੀ ਇਨਵੋਲਵਮੈਂਟ ਨਹੀਂ ਹੋਊਗੀ ਔਰ ਇਹਨਾਂ ਜੇਲ੍ਹ ਅਥਾਰਟੀਜ਼ ਦਾ ਰੋਲ ਨਹੀਂ ਹੋਊਗਾ, ਤੇ ਫਿਰ ਆ ਕ੍ਰਾਈਮ ਕਿਵੇਂ ਹੋਊਗਾ। ਸੋ ਓਬਵੀਅਸ ਜੀ ਗੱਲ ਹੈ, ਉਹਨੂੰ ਕਵਰ ਅਪ ਕੀਤਾ ਜਾ ਰਿਹਾ ਔਰ ਉਸੇ ਕਰਕੇ ਸਾਨੂੰ ਕੋਰਟ ਆਉਣਾ ਪਿਆ। ਤੁਹਾਨੂੰ ਉਮੀਦ ਹੈ ਸਰ, ਕਿਉਂਕਿ ਤੁਸੀਂ ਤਾਂ ਵੈਸੇ ਵਕੀਲ ਹੋ ਔਰ ਬਹੁਤ ਸੇ ਕੇਸ ਲੜ ਰਹੇ ਹੋ, ਵੀ ਇਸ ਫੈਮਿਲੀ ਨੂੰ ਕੋਰਟ 'ਚੋਂ ਕਿਤੇ ਕੋਈ ਇਨਸਾਫ ਮਿਲ ਜਾਏਗਾ? ਦੇਖੋ, ਇਨਸਾਫ ਹਮੇਸ਼ਾ ਕਚਹਿਰੀ 'ਚੋਂ ਮਿਲਦਾ ਹੈ, ਟਾਈਮ ਲੱਗੇ ਜਿੰਨਾ ਮਰਜ਼ੀ, ਪਰ ਇਨਸਾਫ ਮਿਲਦਾ। ਹੁਣ ਤੁਸੀਂ ਵੇਖੋ, ਨੋਟਿਸ ਆਫ ਮੋਸ਼ਨ ਵੇਲੇ ਹੀ ਜੱਜ ਸਾਹਿਬ ਨੇ ਡਾਇਰੈਕਸ਼ਨ ਦੇ ਦਿੱਤੀ ਕਿ ਵੈਲਿਊਏਟ ਕਰੋ, ਬਿਕੋਜ਼ ਉਹਨਾਂ ਨੂੰ ਲੱਗਿਆ ਕਿ ਹਾਂ ਸਿਕਿਉਰਿਟੀ ਥ੍ਰੈਟ ਜਿਹੜਾ ਹੈ ਉਹ ਬਹੁਤ ਇੰਪੋਰਟੈਂਟ ਆਸਪੈਕਟ ਹੈ, ਉਹਨੂੰ ਪੋਸਟਪੋਨ ਨਹੀਂ ਕਰਨਾ ਚਾਹੀਦਾ। ਸੋ ਕੋਰਟ ਵੱਲੋਂ ਨੋਟਿਸ ਇਸ਼ੂ ਕਰਦਿਆਂ ਹੀ ਡਾਇਰੈਕਸ਼ਨ ਹੋਈ ਕਿ ਸਭ ਤੋਂ ਪਹਿਲਾਂ ਤਾਂ ਡਿਸਾਈਡ ਕਰੋ ਕਿ ਥ੍ਰੈਟ ਕਿੰਨੀ ਹੈ ਐਂਡ ਪ੍ਰੋਸੀਡ ਅਕੋਰਡਿੰਗਲੀ। ਰਿਪਲਾਈ 8 ਦਸੰਬਰ ਤੱਕ ਦੇ ਦਿਓ, ਪਰ ਆਹ ਹਿੱਸਾ ਇਮੀਡੀਏਟਲੀ ਕੀਤਾ ਜਾਵੇ ਔਰ ਡਾਇਰੈਕਸ਼ਨ ਸਪੈਸੀਫਿਕਲੀ DGP ਨੂੰ ਹੋਈ ਤਾਂ ਕਿ ਕੋਈ ਡਿਲੇ ਵੀ ਨਾ ਹੋਵੇ। ਸੋ ਉਸ ਐਂਗਲ ਤੋਂ ਦੇਖੋ ਤਾਂ ਓਬਵੀਅਸਲੀ ਕੋਰਟ ਨੇ ਹੀ ਬਚਾਇਆ ਹੈ, ਪਰ ਸਾਨੂੰ ਪੂਰੇ ਵਿਸ਼ਵਾਸ ਹੈ ਕਿ ਕੋਰਟ ਵੱਲੋਂ ਸਾਨੂੰ ਪੂਰਾ ਇਨਸਾਫ ਮਿਲੂਗਾ। ਇਸ ਦਾ ਮਤਲਬ ਜਿਹੜੀ ਸਿਕਿਉਰਿਟੀ ਹੈ ਉਹ ਤੁਹਾਡੇ ਹਿਸਾਬ ਨਾਲ ਵੀ 8 ਦਸੰਬਰ ਤੋਂ ਪਹਿਲੇ ਹੀ ਮਿਲ ਜਾਣੀ ਚਾਹੀਦੀ ਹੈ? ਦੇਖੋ, ਕੋਰਟ ਵੱਲੋਂ ਜਦੋਂ ਇਵੈਲੂਏਸ਼ਨ ਦੀ ਡਾਇਰੈਕਸ਼ਨ ਹੋਗੀ, ਉਹਨਾਂ ਨੇ ਇਹ ਨਹੀਂ ਕਿ 8 ਦਸੰਬਰ ਤੱਕ ਕਰੋ, ਉਹਨਾਂ ਨੇ ਕਿਹਾ ਇਮੀਡੀਏਟਲੀ ਕਰੋ ਐਂਡ ਪ੍ਰੋਸੀਡ ਅਕੋਰਡਿੰਗਲੀ। ਤਾਂ ਪ੍ਰੋਸੀਡ ਅਕੋਰਡਿੰਗਲੀ ਤਾਂ ਆਹੀ ਹੈ ਕਿ ਜੇ ਹੈ ਤੇ ਪ੍ਰੋਟੈਕਟ ਕਰੋ। ਉਹਨਾਂ ਨੇ ਪ੍ਰੋਟੈਕਸ਼ਨ ਦੀ ਸਪੈਸੀਫਿਕ ਡਾਇਰੈਕਸ਼ਨ ਦਿੱਤੀ ਹੈ ਕਿ ਜੇ ਥ੍ਰੈਟ ਪਰਸੈਪਸ਼ਨ ਲੱਗਦੀ ਹੈ, ਸੋ ਉਹ ਹੁਣ ਉਹਦੇ 'ਚ ਬਾਹਰ ਆ ਜਾਊਗਾ ਜੇ ਸਿਕਿਉਰਿਟੀ ਦਿੰਦੇ ਆਉਣ ਵਾਲੇ ਦਿਨਾਂ 'ਚ। ਥੈਂਕ ਯੂ। ਇਹ ਸੀਗੇ ਪ੍ਰਦੀਪ ਵਿਰਕ, ਜੋ ਕਿ ਐਡਵੋਕੇਟ ਨੇ ਔਰ ਕਾਮਰੇਡ ਬਲਵਿੰਦਰ ਸਿੰਘ ਸੰਧੂ ਵਾਲੇ ਮਾਮਲੇ 'ਚ ਹਾਈ ਕੋਰਟ 'ਚ ਗਏ ਹੋਏ ਨੇ। ਇਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਜਿਹੜਾ ਹੱਤਿਆਕਾਂਡ ਹੋਇਆ ਹੈ, ਇਸ ਮਾਮਲੇ 'ਚ ਕੋਈ ਨਾ ਕੋਈ ਪੰਜਾਬ ਪੁਲਿਸ ਦਾ ਸੀਨੀਅਰ ਪੁਲਿਸ ਅਫਸਰ ਇਨਵੋਲਵ ਹੈ। ਇੰਨਾ ਹੀ ਨਹੀਂ, ਜਿਹੜਾ ਜੇਲ੍ਹ ਦੇ ਵੀ ਕੁਝ ਅਧਿਕਾਰੀ ਇਸ 'ਚ ਇਨਵੋਲਵ ਹੈ, ਕਿਉਂਕਿ ਜਿਹੜੀ ਸਿੱਟ ਜਿਹੜੀ ਇਸ 'ਚ ਬਣੀ ਸੀ, ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣੀ ਸੀਗੀ, ਉਹਨਾਂ ਨੇ ਜਿਹੜੇ ਹਥਿਆਰੇ ਪਕੜੇ ਆ, ਉਹਨਾਂ ਨੇ ਖੁਲਾਸਾ ਕੀਤਾ ਹੈ ਵੀ ਇਹ ਕਿਤੇ ਨਾ ਕਿਤੇ ਜੇਲ੍ਹ 'ਚ ਪਲੈਨਿੰਗ ਹੋਈ ਸੀਗੀ, ਜਿਸ ਕਰਕੇ ਇਸ ਹੱਤਿਆਕਾਂਡ ਨੂੰ ਅੰਜਾਮ ਦਿੱਤਾ। ਜਿਸ ਕਰਕੇ ਪ੍ਰਦੀਪ ਵਿਰਕ ਦਾ ਕਹਿਣਾ ਵੀ ਜੇਲ੍ਹ ਦੇ ਅਫਸਰ ਦੀ ਇਨਵੋਲਵਮੈਂਟ ਹੈਗੀ ਆ। ਦੂਜੇ ਪਾਸੇ ਜਿਨ੍ਹਾਂ ਨੇ ਸਿਕਿਉਰਿਟੀ ਵਿਡਰਾਲ ਕੀਤੀ, ਉਹ ਪੰਜਾਬ ਪੁਲਿਸ ਦਾ ਕੋਈ ਨਾ ਕੋਈ ਸੀਨੀਅਰ ਅਫਸਰ ਹੈ, ਜਿਸ ਨੇ ਬੜੀ ਪਲੈਨਿੰਗ ਵੇ ਨਾਲ ਪਹਿਲੇ ਸਿਕਿਉਰਿਟੀ ਵਿਡਰਾਲ ਕਰਾਈ ਤਾਂ ਕਿ ਹਮਲੇ 'ਚ ਇਹ ਬਚ ਨਾ ਸਕੇ। ਇਹ ਬੜੀ ਪਲੈਨਿੰਗ ਵੇ ਨਾਲ ਕੀਤਾ ਹੋਇਆ ਹੱਤਿਆਕਾਂਡ ਹੈ ਔਰ ਪ੍ਰਦੀਪ ਵਿਰਕ ਜੀ ਨੂੰ ਬੜੀ ਉਮੀਦ ਹੈ ਕਿ ਹਾਈ ਕੋਰਟ 'ਚ ਉਹਨਾਂ ਨੂੰ ਇਸ ਮਾਮਲੇ 'ਚ ਜ਼ਰੂਰ ਇਨਸਾਫ ਮਿਲੇਗਾ। ਹਾਈ ਕੋਰਟ ਨੇ DGP ਸਾਹਿਬ ਨੂੰ ਡਾਇਰੈਕਸ਼ਨ ਦਿੱਤੀ ਹੈ ਕਿ ਇਹਨਾਂ ਦੀ ਸਿਕਿਉਰਿਟੀ ਜਿਹੜੀ ਹੈ ਉਹ ਵੈਲਿਊਏਟ ਕਰਕੇ ਬਹਾਲ ਕੀਤੀ ਜਾਏ। ਇਸ ਮਾਮਲੇ 'ਚ ਹੁਣ 8 ਦਸੰਬਰ ਦੀ ਤਾਰੀਖ ਪਈ ਹੋਈ ਹੈ। ਹੁਣ ਦੇਖਣਾ ਇਹ ਹੈ ਕਿ ਅੱਗੇ ਇਸ ਮਾਮਲੇ 'ਚ ਕੀ ਹੁੰਦਾ। ਮੈਂ ਦਿਨੇਸ਼ ਗੋਇਲ, ਕੈਮਰਾਮੈਨ ਪ੍ਰਵੀਨ ਪਾਂਡੇ ਨਾਲ, ਦੈਨਿਕ ਸਵੇਰਾ TV ਲਈ ਚੰਡੀਗੜ੍ਹ ਤੋਂ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647 84 374 94 648।